हेलो स्टूडेंट्स, सत श्री अकाल जी साਰਿਆਂ ਨੂੰ। ਤਾਂ ਅੱਜ ਅਸੀਂ ਸ਼ੁਰੂ ਕਰਨ ਲੱਗੇ ਹਾਂ ਅਹਿਮਦ ਸ਼ਾਹ ਅਬਦਾਲੀ ਦਾ ਪੰਜਵਾਂ ਹਮਲਾ ਜਾਂ ਪਾਣੀਪਤ ਦੀ ਤੀਸਰੀ ਲੜਾਈ ਵੀ ਕਿਹਾ ਜਾਂਦਾ। ਇਸ ਤੋਂ ਪਹਿਲਾਂ ਅਸੀਂ ਜਿਹੜੀ ਵੀਡੀਓ ਪਾਰਟ 1 ਅਹਿਮਦ ਸ਼ਾਹ ਅਬਦਾਲੀ ਦੇ ਹਮਲੇ ਸੀ ਤਾਂ ਉਸ ਦੇ ਵਿੱਚ ਪਹਿਲੇ 4 ਹਮਲਿਆਂ ਬਾਰੇ ਜਿਹੜੀ ਗੱਲਬਾਤ ਕੀਤੀ ਹੈ। ਤਾਂ ਅੱਜ ਅਸੀਂ ਅਬਦਾਲੀ ਦਾ ਪੰਜਵਾਂ ਹਮਲਾ ਪਾਣੀਪਤ ਦੀ ਤੀਸਰੀ ਲੜਾਈ ਤਾਂ ਉਸ ਬਾਰੇ ਅੱਜ ਅਸੀਂ ਗੱਲਬਾਤ ਕਰਾਂਗੇ। ਤਾਂ ਸਭ ਤੋਂ ਪਹਿਲਾਂ ਅਸੀਂ ਦੇਖਦੇ ਹਾਂ ਪਾਣੀਪਤ ਦੀ ਤੀਸਰੀ ਲੜਾਈ ਦੇ ਕਾਰਨ। ਤਾਂ ਸਭ ਤੋਂ ਪਹਿਲਾਂ ਆਦੀਨਾ ਬੇਗ ਦਾ ਮਰਾਠਿਆਂ ਅਤੇ ਸਿੱਖਾਂ ਨਾਲ ਗੱਠਜੋੜ। ਆਦੀਨਾ ਬੇਗ ਦਾ ਮਰਾਠਿਆਂ ਅਤੇ ਸਿੱਖਾਂ ਨਾਲ ਗੱਠਜੋੜ। ਆਦੀਨਾ ਬੇਗ ਕੌਣ ਸੀਗਾ? ਚੌਥੇ ਹਮਲੇ ਤੋਂ ਬਾਅਦ ਅਹਿਮਦ ਸ਼ਾਹ ਅਬਦਾਲੀ ਨੇ ਆਪਣੇ ਪੁੱਤਰ ਸੀ ਜਿਹੜਾ ਤੈਮੂਰ ਸ਼ਾਹ, ਉਹਨੂੰ ਲਾਹੌਰ ਦਾ ਸੂਬੇਦਾਰ ਬਣਾਉਂਦਾ ਸੀ ਅਤੇ ਆਦੀਨਾ ਬੇਗ ਨੂੰ ਜਲੰਧਰ ਦੁਆਬ ਦਾ ਫੌਜਦਾਰ ਨਿਯੁਕਤ ਕੀਤਾ ਹੋਇਆ ਸੀ। ਤਾਂ ਆਦੀਨਾ ਬੇਗ ਇੱਕ ਬਹੁਤ ਹੀ ਚਲਾਕ ਧੋਖੇਬਾਜ਼ ਸੀ। ਤਾਂ ਉਸਨੇ ਸਿੱਖਾਂ ਦੇ ਮਰਾਠਿਆਂ ਦੋਵਾਂ ਦੇ ਨਾਲ ਜਿਹੜੇ ਕਿ ਅਬਦਾਲੀ ਦੇ ਵਿਰੋਧੀ ਸੀਗੇ, ਦੁਸ਼ਮਣ ਸੀਗੇ, ਤਾਂ ਉਹਨਾਂ ਦੇ ਨਾਲ ਗੱਠਜੋੜ ਕਰਨਾ ਸ਼ੁਰੂ ਕਰਤਾ। ਤਾਂ ਇਹਨਾਂ ਨੇ ਮਿਲ ਕੇ ਸਾਰਿਆਂ ਨੇ ਤੈਮੂਰ ਸ਼ਾਹ ਨੂੰ ਪੰਜਾਬ ਦੇ ਵਿੱਚੋਂ ਭਜਾ ਦਿੱਤਾ। ਅਹਿਮਦ ਸ਼ਾਹ ਅਬਦਾਲੀ ਦੇ ਪੁੱਤਰ ਨੂੰ ਪੰਜਾਬ ਦੇ ਵਿੱਚੋਂ ਬਾਹਰ ਕੱਢ ਦਿੱਤਾ। ਤਾਂ ਆਦੀਨਾ ਬੇਗ ਨੂੰ ਮਰਾਠਿਆਂ ਨੇ ਲਾਹੌਰ ਦਾ ਸੂਬੇਦਾਰ ਨਿਯੁਕਤ ਕੀਤਾ। ਤਾਂ ਆਦੀਨਾ ਬੇਗ ਨੇ ਬਦਲੇ ਦੇ ਵਿੱਚ 75 ਲੱਖ ਰੁਪਏ ਸਾਲਾਨਾ ਟੈਕਸ ਦੇ ਰੂਪ ਵਿੱਚ ਮਰਾਠਿਆਂ ਨੂੰ ਦੇਣਾ ਮੰਨਿਆ। ਪਰ ਇਹ ਗੱਲ ਅਬਦਾਲੀ ਸਹਿਣ ਨਹੀਂ ਕਰ ਸਕਦਾ ਸੀ ਅਤੇ ਇਸ ਕਰਕੇ ਉਸਨੇ ਆਪਣਾ ਪੰਜਵਾਂ ਹਮਲਾ ਪੰਜਾਬ ਦੇ ਉੱਪਰ ਕੀਤਾ। ਤਾਂ ਸੈਕਿੰਡ ਦੇਖਦੇ ਹਾਂ ਅਸੀਂ ਨਜੀਬ ਉਦ ਦੌਲਾ ਦੀ ਅਬਦਾਲੀ ਨੂੰ ਸਹਾਇਤਾ ਲਈ ਬੇਨਤੀ। ਚੌਥੇ ਹਮਲੇ ਵਿੱਚ ਜਦੋਂ ਅਬਦਾਲੀ ਨੇ ਨਜੀਬ ਉਦ ਦੌਲਾ ਨੂੰ ਦਿੱਲੀ ਦਾ ਆਪਣੇ ਵੱਲੋਂ ਮੀਰ ਬਖਸ਼ੀ ਜਾਂ ਪ੍ਰਤੀਨਿਧ ਜਾਂ ਖੁਦ ਮੁਖਤਿਆਰੀ ਕਹਿ ਦਈਏ ਨਿਯੁਕਤ ਕਰਕੇ ਗਿਆ ਸੀਗਾ। ਅਹਿਮਦ ਸ਼ਾਹ ਅਬਦਾਲੀ ਨਜੀਬ ਉਦ ਦੌਲਾ ਨੂੰ ਆਪਣੇ ਵੱਲੋਂ ਮੀਰ ਬਖਸ਼ੀ ਨਿਯੁਕਤ ਕਰਕੇ ਗਿਆ ਸੀ। ਪਰ ਜਿਹੜਾ ਉਸ ਸਮੇਂ ਦਾ ਸਮਰਾਟ ਸੀਗਾ ਆਲਮਗੀਰ ਦੂਜਾ ਮੁਗਲ ਸਮਰਾਟ, ਉਸਨੇ ਅਤੇ ਉਸਦੇ ਵਜ਼ੀਰ ਇਮਾਦ ਉਲ ਮੁਲਕ ਨੇ ਉਹਨਾਂ ਦੇ ਵਿਵਹਾਰ ਤੋਂ ਤੰਗ ਆ ਚੁੱਕੇ ਸੀ। ਤਾਂ ਉਹਨਾਂ ਨੇ ਬਾਲਾਜੀ ਬਾਜੀ ਰਾਓ ਨੂੰ ਕਹਿ ਕੇ ਇੱਕ ਹਮਲਾ ਕਰਵਾਇਆ। ਜਿਹੜਾ ਹਮਲਾ ਸੀਗਾ ਰਘੂਨਾਥ ਰਾਓ ਦੀ ਅਗਵਾਈ ਵਿੱਚ ਮਰਾਠਾ ਸੈਨਾ ਨੇ ਕੀਤਾ ਦਿੱਲੀ ਦੇ ਉੱਪਰ, ਤਾਂ ਜਿਸ ਦੇ ਵਿੱਚ ਨਜੀਬ ਉਦ ਦੌਲਾ ਭਜਾ ਦਿੱਤਾ ਗਿਆ। ਤਾਂ ਨਜੀਬ ਨੇ ਅਬਦਾਲੀ ਨੂੰ ਸਹਾਇਤਾ ਵਾਸਤੇ ਬੇਨਤੀ ਕੀਤੀ। ਥਰਡ ਪੁਆਇੰਟ ਹੈ ਜੀ ਮਰਾਠਿਆਂ ਦਾ ਪੰਜਾਬ 'ਤੇ ਕਬਜ਼ਾ। ਪੰਜਾਬ ਦਾ ਜਿਹੜਾ ਸੂਬੇਦਾਰ ਬਣਨ ਤੋਂ 5 ਮਹੀਨੇ ਬਾਅਦ ਹੀ ਜਿਹੜਾ ਆਦੀਨਾ ਬੇਗ ਸੀ, ਜਿਸ ਨੇ ਪਹਿਲਾਂ ਧੋਖੇਬਾਜ਼ੀ ਕੀਤੀ ਸੀ ਅਬਦਾਲੀ ਦੇ ਨਾਲ, ਤਾਂ ਉਸ ਦੀ ਮੌਤ ਹੋ ਜਾਂਦੀ ਹੈ। ਜਦੋਂ ਲਾਹੌਰ ਦਾ ਸੂਬੇਦਾਰ ਬਣਦਾ ਉਦੋਂ 5 ਮਹੀਨਿਆਂ ਬਾਅਦ ਮੌਤ ਹੋ ਜਾਂਦੀ ਹੈ। ਉਸ ਸਮੇਂ ਪੰਜਾਬ ਦੇ ਵਿੱਚ ਰਾਜਨੀਤਿਕ ਅਸਥਿਰਤਾ ਪੈਦਾ ਹੋ ਜਾਂਦੀ ਹੈ। ਅਤੇ ਮਰਾਠਿਆਂ ਦਾ ਇੱਕ ਸਰਦਾਰ ਹੁੰਦਾ ਦੱਤਾ ਜੀ, ਉਹ ਪੰਜਾਬ 'ਤੇ ਹਮਲਾ ਕਰਦਾ ਅਤੇ ਕਬਜ਼ਾ ਕਰਕੇ ਉੱਥੇ ਸਾਂਭਾ ਜੀ ਨੂੰ 1758 ਵਿੱਚ ਪੰਜਾਬ ਦਾ ਸੂਬੇਦਾਰ ਬਣਾ ਦਿੱਤਾ। ਹੁਣ 1758 ਵਿੱਚ ਪੰਜਾਬ ਦਾ ਸੂਬੇਦਾਰ ਕੌਣ ਬਣ ਗਿਆ? ਸਾਂਭਾ ਜੀ। ਕਿਹਨੇ ਬਣਾਇਆ? ਦੱਤਾ ਜੀ। ਤਾਂ ਅਬਦਾਲੀ ਦੇ ਸੈਨਾਪਤੀ ਜਹਾਨ ਖਾਂ ਜਿਹੜਾ ਤੈਮੂਰ ਸ਼ਾਹ ਦੇ ਨਾਲ ਲਾ ਕੇ ਗਿਆ ਸੀਗਾ ਜਹਾਨ ਖਾਂ, ਤਾਂ ਉਹਦੇ ਹਮਲਿਆਂ ਨੂੰ ਵੀ ਮਰਾਠਿਆਂ ਨੇ ਅਸਫਲ ਬਣਾ ਦਿੱਤਾ। ਜਹਾਨ ਖਾਂ ਅਤੇ ਉਹਦੇ ਬਹੁਤ ਸਾਰੇ ਸੈਨਿਕਾਂ ਨੂੰ ਹਾਨੀ ਹੋਈ ਇਹਨਾਂ ਹਮਲਿਆਂ ਦੇ ਵਿੱਚ। ਉਸਦੇ ਪੁੱਤਰ ਦੇ ਸੈਂਕੜੇ ਸੈਨਿਕ ਮਾਰੇ ਗਏ। ਜਹਾਨ ਖਾਂ ਆਪ ਵੀ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ। ਅਤੇ ਇਹਨਾਂ ਸਭ ਘਟਨਾਵਾਂ ਨੂੰ ਸੁਣ ਕੇ ਅਹਿਮਦ ਸ਼ਾਹ ਅਬਦਾਲੀ ਬਹੁਤ ਗੁੱਸੇ ਹੋਇਆ ਅਤੇ ਉਸਨੇ ਮਰਾਠਿਆਂ ਨੂੰ ਸਬਕ ਸਿਖਾਉਣ ਦਾ ਫੈਸਲਾ ਕੀਤਾ। ਮੁਸਲਮਾਨ ਸ਼ਾਸਕਾਂ ਦਾ ਅਬਦਾਲੀ ਨੂੰ ਸੱਦਾ। ਤਾਂ ਭਾਰਤ ਦੇ ਕਈ ਮੁਸਲਮਾਨ ਸ਼ਾਸਕ ਵੀ ਮਰਾਠਿਆਂ ਦੀ ਵੱਧਦੀ ਹੋਈ ਸ਼ਕਤੀ ਨੂੰ ਸਹਿਣ ਨਹੀਂ ਕਰ ਸਕਦੇ ਸੀ, ਰੋਕਣਾ ਚਾਹੁੰਦੇ ਸੀ ਉਸ ਨੂੰ। ਅਤੇ ਇਸ ਕਰਕੇ ਉਹਨਾਂ ਨੇ ਅਹਿਮਦ ਸ਼ਾਹ ਅਬਦਾਲੀ ਨੂੰ ਭਾਰਤ 'ਤੇ ਹਮਲਾ ਕਰਨ ਦੇ ਲਈ ਵੀ ਸੱਦਾ ਦਿੱਤਾ। ਤਾਂ ਇਸ ਤੋਂ ਬਾਅਦ ਦੇਖਦੇ ਹਾਂ ਜੀ ਅਸੀਂ ਪੰਜਾਬ ਨੂੰ ਅਫਗਾਨੀ ਸਾਮਰਾਜ ਦੇ ਵਿੱਚ ਮਿਲਾਉਣਾ ਵੀ ਅਹਿਮਦ ਸ਼ਾਹ ਅਬਦਾਲੀ ਦਾ ਇੱਕ ਕਾਰਨ ਸੀਗਾ ਪੰਜਵੇਂ ਹਮਲੇ ਦਾ।
ਉਸ ਤੋਂ ਬਾਅਦ ਬਾਲਾਜੀ ਬਾਜੀ ਰਾਓ ਨੇ ਫੈਸਲਾ ਕੀਤਾ ਅਬਦਾਲੀ ਨੂੰ ਹਰਾਉਣ 'ਤੇ। ਅਬਦਾਲੀ ਨੇ ਅਕਤੂਬਰ 1759 ਦੇ ਵਿੱਚ ਆਪਣਾ 5ਵਾਂ ਹਮਲਾ ਸ਼ੁਰੂ ਕਰ ਦਿੱਤਾ ਸੀ, ਤਾਂ ਜਿਸ ਦੇ ਵਿੱਚ ਉਸਨੇ ਸਾਂਭਾ ਜੀ ਜਿਹੜਾ ਉਸ ਸਮੇਂ ਲਾਹੌਰ ਦਾ ਸੂਬੇਦਾਰ ਸੀਗਾ ਉਹ ਭੱਜ ਗਿਆ ਸੀਗਾ। ਦੱਤਾ ਜੀ ਨੂੰ ਵੀ ਹਰਾਤਾ ਸੀ ਉਹਨਾਂ ਨੇ ਲੜਾਈ ਦੇ ਮੈਦਾਨ ਦੇ ਵਿੱਚ। ਤਾਂ ਹੁਣ ਬਾਲਾਜੀ ਬਾਜੀ ਰਾਓ ਜਿਹੜਾ ਪੇਸ਼ਵਾ ਸੀ ਉਸ ਸਮੇਂ ਦਾ, ਤਾਂ ਉਸਨੇ ਸਦਾ ਸ਼ਿਵ ਰਾਓ ਭਾਊ ਦੀ ਅਗਵਾਈ ਦੇ ਵਿੱਚ ਇੱਕ ਸੈਨਾ ਭੇਜੀ, ਮਰਾਠੀ ਸੈਨਾ ਦਿੱਲੀ ਦੇ ਵਿੱਚ। ਅਤੇ ਇਸ ਸੈਨਾ ਨੇ ਦਿੱਲੀ ਦੇ ਉੱਪਰ 1760 ਦੇ ਵਿੱਚ ਕਬਜ਼ਾ ਕਰ ਲਿਆ। 1759 ਦੇ ਵਿੱਚ ਅਕਤੂਬਰ 1759 'ਚ ਅਬਦਾਲੀ ਨੇ ਹਮਲਾ ਕੀਤਾ ਹੋਇਆ। 1760 ਦੇ ਵਿੱਚ ਦਿੱਲੀ 'ਤੇ ਕਬਜ਼ਾ ਮਰਾਠੇ ਕਰ ਲੈਂਦੇ ਆ, ਤਾਂ ਅਬਦਾਲੀ ਡਰ ਜਾਂਦਾ। ਇਹ ਸਭ ਕੁਝ ਦੇਖ ਕੇ ਅਬਦਾਲੀ ਡਰ ਜਾਂਦਾ। ਤਾਂ ਉਸਨੇ ਸਜਾਉ ਦੌਲਾ ਅਤੇ ਨਜੀਬੋ ਦੌਲਾ ਦੇ ਰਾਹੀਂ ਮਰਾਠਾ ਨਾਲ ਸਮਝੌਤੇ ਲਈ ਗੱਲਬਾਤ ਚਲਾਈ, ਪਰ ਮਰਾਠਾ ਸੈਨਾਪਤੀ ਕਿਸੇ ਵੀ ਸ਼ਰਤ 'ਤੇ ਇਸ ਨੂੰ ਮੰਨਣ ਲਈ ਤਿਆਰ ਨਾ ਹੋਏ। ਅਤੇ ਇਸ ਕਰਕੇ ਦੋਵੇਂ ਪਾਸੋਂ ਜਿਹੜੇ ਯੁੱਧ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ। ਤਾਂ ਪਾਣੀਪਤ ਦੀ ਤੀਸਰੀ ਲੜਾਈ ਦੀਆਂ ਜਿਹੜੀਆਂ ਮੁੱਖ ਘਟਨਾਵਾਂ, ਮੇਨ ਇਵੈਂਟਸ ਹੈ ਥਰਡ ਬੈਟਲ ਆਫ ਪਾਣੀਪਤ ਦੇ, ਤਾਂ ਲੜਾਈ ਸ਼ੁਰੂ ਹੁੰਦੀ ਹੈ ਜੀ 14 ਜਨਵਰੀ 1761 ਨੂੰ। ਪਾਣੀਪਤ ਦੀ ਤੀਸਰੀ ਲੜਾਈ 14 ਜਨਵਰੀ 1761 ਨੂੰ ਸਵੇਰੇ 9 ਵਜੇ ਸ਼ੁਰੂ ਹੁੰਦੀ ਹੈ। ਤਾਂ ਅਬਦਾਲੀ ਦੇ ਸੈਨਿਕਾਂ ਦੀ ਗਿਣਤੀ ਕਿੰਨੀ ਹੈ ਜੀ? 60,000। ਇਸ ਤੋਂ ਇਲਾਵਾ ਉਹਦੇ ਕੋਲ 80,000 ਸੈਨਿਕ ਲਗਭਗ ਸੁਰੱਖਿਅਤ ਫੌਜ ਰਿਜ਼ਰਵ ਫੋਰਸ ਵੀ ਰੱਖੀ ਹੋਈ ਹੈ ਉਸਨੇ। ਤਾਂ ਮਰਾਠਿਆਂ ਦੀ ਸੈਨਾ ਕਿੰਨੀ ਹੈ? 45,000। ਅਤੇ ਉਹਨਾਂ ਦੇ ਪਿੱਛੇ 15,000 ਹੋਰ ਪਿੰਡਾਰੀ ਸੈਨਿਕ ਜਾਂ ਔਰਤਾਂ ਉਹ ਪਿਛਲੇ ਪਾਸੇ ਲੱਗੇ। ਅਤੇ ਇਹਨਾਂ ਨੇ ਵਿਉਂਤਬੰਦੀ ਕਿਸ ਤਰ੍ਹਾਂ ਕੀਤੀ ਹੋਈ ਹੈ, ਤਾਂ ਉਸ ਤੋਂ ਪਹਿਲਾਂ ਅਸੀਂ ਦੇਖਦੇ ਹਾਂ ਮਰਾਠਿਆਂ ਦਾ ਸਾਮਰਾਜ ਥੋੜ੍ਹਾ ਜਿਹਾ। ਤਾਂ ਮਰਾਠਿਆਂ ਦੇ ਸਾਮਰਾਜ ਵਿੱਚ ਜਿਹੜੇ ਔਰੇਂਜ ਸ਼ੇਡ ਦੇ ਵਿੱਚ ਦਿਸ ਰਿਹਾ, ਇਹ ਸਾਰਾ ਮਰਾਠਿਆਂ ਦਾ ਸਾਮਰਾਜ ਸੀ ਉਸ ਸਮੇਂ। ਇਸ ਔਰੇਂਜ ਸ਼ੇਡ ਦੇ ਵਿੱਚ ਮਰਾਠਿਆਂ ਦਾ ਸਾਮਰਾਜ ਆ। ਜਿਹੜਾ ਇਸ ਤਰਫ ਦਿਸ ਰਿਹਾ ਈਸਟ ਇੰਡੀਆ ਕੰਪਨੀ ਤੋਂ ਥੋੜ੍ਹੇ ਜਿਹੇ ਸਥਾਨ ਦੇ ਉੱਪਰ ਸੀ। ਈਸਟ ਇੰਡੀਆ ਕੰਪਨੀ ਕੋਲ ਸੀ, ਅੰਗਰੇਜ਼ਾਂ ਦੇ ਕੋਲ ਸੀ। ਤਾਂ ਮਰਾਠੇ ਜਦੋਂ ਹਾਰ ਜਾਂਦੇ ਤਾਂ ਫਿਰ ਉਸ ਤੋਂ ਬਾਅਦ ਈਸਟ ਇੰਡੀਆ ਕੰਪਨੀ ਇੰਡੀਆ ਦੇ ਵਿੱਚ ਵੱਧਦੀ ਹੈ ਪੂਰੇ ਤੌਰ 'ਤੇ, ਕਿਉਂਕਿ ਮਰਾਠੇ ਇੱਕ ਸ਼ਕਤੀ ਹੁੰਦੇ ਜਿਹੜੇ ਈਸਟ ਇੰਡੀਆ ਕੰਪਨੀ ਨੂੰ ਵਧਣ ਨਹੀਂ ਦਿੰਦੇ। ਤਾਂ ਅਹਿਮਦ ਸ਼ਾਹ ਅਬਦਾਲੀ ਦਾ ਇਹ ਗ੍ਰੀਨ ਕਲਰ ਦਾ ਇਲਾਕਾ ਹੁੰਦਾ। ਪੁਰਤਗਾਲੀ ਵੀ ਥੋੜ੍ਹੇ ਇਲਾਕੇ ਦੇ ਵਿੱਚ ਹੁੰਦੇ ਨੇ। ਜਿਹੜਾ ਪਿੰਕੀਆ ਦਿਸ ਰਿਹਾ ਇਹਦੇ ਵਿੱਚ ਪੁਰਤਗਾਲੀ ਨੇ, ਪੁਰਤਗਾਲੀਆਂ ਦਾ ਇਲਾਕਾ ਇਹ। ਆ ਮੈਸੂਰ ਦਾ ਕਰਨਾਟਕਾ ਦਾ ਇਲਾਕਾ ਰਹਿ ਜਾਂਦਾ ਸੀ। ਇਸ ਤੋਂ ਇਲਾਵਾ ਨਾਦਰ ਸ਼ਾਹ ਦਾ ਇਲਾਕਾ ਸੀ। ਤੁਹਾਨੂੰ ਦੇਖਦੇ ਅਸੀਂ ਬਹੁਤ ਵੱਡਾ ਸਾਮਰਾਜ ਜਾਂ ਕਹਿੰਦੇ ਬਹੁਤ ਜ਼ਿਆਦਾ ਇਲਾਕਾ ਸੀ ਜਿਹੜਾ ਮਰਾਠਿਆਂ ਦੇ ਕੋਲ ਸੀ ਉਸ ਸਮੇਂ ਦੇ ਵਿੱਚ। ਤਾਂ ਆਪਣੇ ਆਪ ਦੇ ਵਿੱਚ ਇੱਕ ਸ਼ਕਤੀ ਵੀ ਬਹੁਤ ਮਹੱਤਵਪੂਰਨ ਸ਼ਕਤੀ ਸੀ ਮਰਾਠਾ, ਅਤੇ ਇਹਨਾਂ ਨੂੰ ਹਰਾਉਣਾ ਕੋਈ ਸੌਖਾ ਕੰਮ ਨਹੀਂ ਸੀ। ਤਾਂ ਅਸੀਂ ਦੇਖਦੇ ਹਾਂ ਯੁੱਧ ਦੀ ਵਿਉਂਤਬੰਦੀ। ਤਾਂ ਯੁੱਧ ਦੀ ਵਿਉਂਤਬੰਦੀ ਦੇ ਵਿੱਚ ਸਭ ਤੋਂ ਪਹਿਲਾਂ ਅਸੀਂ ਦੇਖਦੇ ਹਾਂ ਮਰਾਠਿਆਂ ਨੇ ਯੁੱਧ ਦੀ ਵਿਉਂਤਬੰਦੀ ਕਿਸ ਤਰ੍ਹਾਂ ਕੀਤੀ। ਤਾਂ ਆਪਣੇ ਜਿਹੜੇ ਸੱਜੇ ਖੱਬੇ ਸਾਈਡ 'ਤੇ ਇਬਰਾਹਿਮ ਖਾਨ ਗਰਦੀ ਸੀ ਜਿਹੜਾ ਉਹਨਾਂ ਦਾ ਸੈਨਾਪਤੀ, ਉਸ ਨੂੰ ਲਾਇਆ। ਇਬਰਾਹਿਮ ਖਾਨ ਗਰਦੀ ਆ ਗਿਆ। ਵਿਚਾਲੇ ਵਿਸ਼ਵਾਸ ਰਾਓ ਜਿਹੜਾ ਪੇਸ਼ਵਾ ਬਾਲਾਜੀ ਦਾ ਪੁੱਤਰ ਸੀਗਾ, ਪੇਸ਼ਵਾ ਬਾਲਾਜੀ ਬਾਜੀ ਰਾਓ ਦਾ ਜਿਹੜਾ ਪੁੱਤਰ ਸੀ ਵਿਸ਼ਵਾਸ ਰਾਓ, ਤਾਂ ਉਹਨਾਂ ਨੇ ਜਿਹੜੀ ਕਮਾਨ ਸੰਭਾਲੀ ਹੋਈ ਸੀ। ਤਾਂ ਉਹਦੇ ਨਾਲ ਸਿੰਧੀਆ ਜੀ ਅਤੇ ਹੋਲਕਰ, ਅਤੇ ਪਿਛਲੇ ਪਾਸੇ ਉਹਨਾਂ ਦੀ ਜਿਹੜੀ ਹੋਰ ਮਹਿਲਾਵਾਂ ਜਾਂ ਅੰਨਿਆ ਸੈਨਿਕ ਸੀ ਜਿਹੜੇ ਪਿੰਡਾਰੀ ਸੈਨਿਕ ਉਹ ਲੱਗੇ ਹੋਏ ਸੀ। ਤਾਂ ਦੂਸਰੀ ਤਰਫ ਅਹਿਮਦ ਸ਼ਾਹ ਅਬਦਾਲੀ ਦੀ ਵਿਉਂਤਬੰਦੀ
ਹਫੀਜ਼ ਰਹਿਮਤ ਖਾਨ ਸੀ। ਵਿਚਕਾਰ ਅਹਿਮਦ ਸ਼ਾਹ ਅਬਦਾਲੀ ਆਪ ਸੀ। ਸ਼ਾਹ ਵਲੀ ਖਾਨ ਸੀ ਉਸਦਾ। ਸ਼ੁਜਾ-ਉਦ-ਦੌਲਾ ਸੀ। ਨਜੀਬ-ਉਦ-ਦੌਲਾ ਸੀ ਅਤੇ ਸ਼ਾਹ ਪਸੰਦ ਖਾਨ ਸੀਗਾ। ਸ਼ਾਹ ਪਸੰਦ ਖਾਨ। ਤਾਂ ਇਸ ਤਰ੍ਹਾਂ ਜਿਹੜੀ ਦੋਨੋਂ ਪਾਸੋਂ ਯੁੱਧ ਦੀਆਂ ਤਿਆਰੀਆਂ, ਇੱਧਰਲੀ ਤਰਫ ਜਿਹੜੀ ਆ ਬਲੂ ਲੈਂਡ ਦਿਸ ਰਹੀ ਆ, ਇਹ ਇੱਕ ਜਮਨਾ ਨਦੀ ਜਾ ਰਹੀ ਸੀ। ਆਹ ਦਿੱਲੀ ਦੀ ਸਾਈਡ ਆ, ਇਸ ਤਰਫ ਦਿੱਲੀ। ਤਾਂ ਇੱਥੇ ਜਿਹੜਾ ਯੁੱਧ ਹੋਣਾ ਸੀਗਾ ਹਰਿਆਣੇ ਦੇ ਇਲਾਕੇ ਦੇ ਵਿੱਚ ਪਾਣੀਪਤ ਦੇ ਸਥਾਨ 'ਤੇ। ਤਾਂ ਅਸੀਂ ਦੇਖਦੇ ਹਾਂ ਜੀ। ਅਤੇ ਇਸ ਤਰ੍ਹਾਂ ਵਿਉਂਤਬੰਦੀ ਦੇ ਵਿੱਚ ਲੜਾਈ ਸ਼ੁਰੂ ਹੋ ਜਾਂਦੀ ਸਵੇਰੇ 9 ਵਜੇ। ਤਾਂ ਪਹਿਲਾਂ ਮਰਾਠਾ ਸੈਨਿਕ ਹੈਵੀ ਹੁੰਦੇ ਆ। ਤਾਂ ਇੱਕ ਤੀਰ ਜਿਹੜਾ ਬਾਲਾ ਜੀ ਬਾਜੀ ਰਾਓ ਦੇ ਪੁੱਤਰ ਦੇ ਲੱਗਦਾ, ਵਿਸ਼ਵਾਸ ਰਾਓ ਦੇ, ਤਾਂ ਉਹ ਘੋੜੇ ਤੋਂ ਥੱਲੇ ਡਿੱਗ ਪੈਂਦਾ ਆਪਣੇ, ਤਾਂ ਮਰ ਜਾਂਦਾ। ਅਤੇ ਉਹਨੂੰ ਸਲਾਮੀ ਦੇਣ ਵਾਸਤੇ ਜਦੋਂ ਸਦਾ ਸ਼ਿਵ ਰਾਓ ਭਾਅ ਦੇਖਦਾ ਉਸ ਨੂੰ ਥੱਲੇ ਡਿੱਗਿਆ, ਤਾਂ ਪੇਸ਼ਵਾ ਦਾ ਪੁੱਤਰ ਹੋਣ ਕਰਕੇ ਉਹਦੇ ਸਨਮਾਨ ਦੇ ਵਿੱਚ ਹੇਠਾਂ ਉੱਪਰ ਉਤਰਿਆ ਹੁੰਦਾ। ਤਾਂ ਸੈਨਿਕ ਸਮਝ ਜਾਂਦੇ ਮਰਾਠਿਆਂ ਦੇ ਵੀ ਕਿਤੇ ਉਹ ਦੋਵੇਂ ਮਰ ਗਏ, ਵੀ ਵਿਸ਼ਵਾਸ ਰਾਓ ਸੀ ਜਿਹੜਾ ਉਹ ਤਾਂ ਪਹਿਲੇ ਮਰ ਗਿਆ ਸੀ, ਸਦਾ ਸ਼ਿਵ ਰਾਓ ਭਾਊ ਵੀ ਮਾਰਿਆ ਗਿਆ। ਅਤੇ ਇਸ ਕਰਕੇ ਸੈਨਾ ਦੇ ਵਿੱਚ ਭਗਦੜ ਜਿਹੜੀ ਉਹ ਮੱਚ ਜਾਂਦੀ ਹੈ। ਤਾਂ ਜਿਹੜਾ ਅਬਦਾਲੀ ਦੀ ਫੌਜ ਹੁੰਦੀ ਆ ਉਹ ਹੈਵੀ ਹੋ ਜਾਂਦੀ ਆ ਮਰਾਠਾ ਫੌਜ 'ਤੇ, ਅਤੇ ਆਖਰ ਨੂੰ ਜਿੱਤ ਜਿਹੜੀ ਉਹ ਅਹਿਮਦ ਸ਼ਾਹ ਅਬਦਾਲੀ ਦੀ ਹੁੰਦੀ। ਤਾਂ ਹੁਣ ਅਸੀਂ ਦੇਖਦੇ ਹਾਂ ਜੀ ਪਾਣੀਪਤ ਦੀ ਤੀਸਰੀ ਲੜਾਈ ਦੀ ਮਹੱਤਵ ਜਾਂ ਸਿੱਟੇ। ਕੀ ਸਿੱਟੇ ਨਿਕਲੇ ਦੇ? ਮਰਾਠਿਆਂ ਦਾ ਬਹੁਤ ਜ਼ਿਆਦਾ ਜਾਨੀ ਮਾਲੀ ਨੁਕਸਾਨ ਹੋਇਆ। ਇਸ ਦੇ ਵਿੱਚ ਪੇਸ਼ਵਾ ਬਾਲਾ ਜੀ ਬਾਜੀ ਰਾਓ ਦਾ ਪੁੱਤਰ ਆਪਦਾ ਖੁਦ ਮਾਰਿਆ ਗਿਆ, ਸਦਾ ਸ਼ਿਵ ਰਾਓ ਭਾਊ ਵੀ ਮਾਰਿਆ ਗਿਆ। 2 ਹੀਰੇ, ਜਿਸ ਤਰ੍ਹਾਂ ਲਿਖਿਆ 2 ਹੀਰੇ ਸਦਾ ਸ਼ਿਵ ਰਾਓ ਭਾਊ ਅਤੇ ਵਿਸ਼ਵਾਸ ਰਾਓ ਮਾਰੇ ਗਏ। 27 ਸੋਨੇ ਦੀਆਂ ਮੋਹਰਾਂ ਮੁੱਖ ਮਰਾਠਾ ਸਰਦਾਰ ਸੀ ਉਹ ਵੀ ਮਾਰੇ ਗਏ। ਚਾਂਦੀ ਦੇ ਤਾਂਬੇ ਦੇ ਛੋਟੇ ਮੋਟੇ ਮਤਲਬ ਕਿ ਮਰਾਠਾ ਸਰਦਾਰ ਸੀ ਜਿਹੜੇ ਸਧਾਰਨ ਸੈਨਿਕ ਸੀ, ਉਹਨਾਂ ਦੀ ਹਾਨੀ ਦਾ ਤਾਂ ਕੋਈ ਹਿਸਾਬ ਹੀ ਨਹੀਂ ਰਿਹਾ ਸੀਗਾ ਉਸ ਸਮੇਂ। ਤਾਂ ਇਹ ਕਿਹਾ ਜਾਂਦਾ ਸੀਗਾ ਕਿ ਮਰਾਠਾ ਦਾ ਘਰ ਕੋਈ ਅਜਿਹਾ ਨਹੀਂ ਸੀਗਾ ਜਿਸ ਦੇ ਵਿੱਚੋਂ ਕੋਈ ਮੈਂਬਰ ਨਾ ਮਾਰਿਆ ਗਿਆ ਹੋਵੇ। ਬਾਲਾ ਜੀ ਬਾਜੀ ਰਾਓ ਦੀ ਮੌਤ ਹੋ ਜਾਂਦੀ ਹੈ। ਜਦੋਂ ਇਹ ਸਾਰੀ ਲੜਾਈ ਦਾ ਸਮਾਚਾਰ ਪਹੁੰਚਦਾ ਉਹਦੇ ਕੋਲ ਹਾਰ ਦਾ ਗੱਲ ਪਹੁੰਚਦੀ ਹੈ ਵੀ ਮਰਾਠਾ ਹਾਰ ਗਏ, ਤਾਂ ਇਸ ਘਟਨਾ ਨੂੰ ਸਹਿਣ ਨਹੀਂ ਕਰ ਸਕਦਾ, ਤਾਂ ਉਹ ਵੀ ਬਹੁਤ ਜਲਦੀ ਮੌਤ ਹੋ ਜਾਂਦੀ ਹੈ ਬਾਲਾ ਜੀ ਬਾਜੀ ਰਾਓ ਦੀ। ਪੇਸ਼ਵਾ ਸੀ ਜਿਹੜਾ ਉਸ ਸਮੇਂ ਮਰਾਠਿਆਂ ਦਾ। ਤਾਂ ਮਰਾਠਿਆਂ ਦੀ ਸ਼ਕਤੀ ਅਤੇ ਸਨਮਾਨ ਨੂੰ ਡੂੰਘੀ ਸੱਟ ਲੱਗਦੀ, ਕਿਉਂਕਿ ਮਰਾਠਾ ਜਿਹੜੇ ਸ਼ਕਤੀ ਸਨਮਾਨ ਸੀ ਲੋਕਾਂ ਦੇ ਵਿੱਚ, ਉਹ ਇਸ ਤਰ੍ਹਾਂ ਸੀ ਵੀ ਕਦੇ ਵੀ ਇਸ ਨੂੰ ਜਿੱਤਿਆ ਨਹੀਂ ਜਾ ਸਕਿਆ ਸੀ ਮਰਾਠਿਆਂ ਨੂੰ। ਤਾਂ ਜਦੋਂ ਅਹਿਮਦ ਸ਼ਾਹ ਅਬਦਾਲੀ ਨੂੰ ਹਾਰ ਜਾਂਦੇ ਆ ਤਾਂ ਉਹਦੇ ਨਾਲ ਉਹਨਾਂ ਦੇ ਸਨਮਾਨ ਨੂੰ ਬਹੁਤ ਜ਼ਿਆਦਾ ਡੂੰਘੀ ਸੱਟ ਲੱਗਦੀ ਹੈ। ਤਾਂ ਪੰਜਾਬ ਦੇ ਵਿੱਚ ਜਿਹੜਾ ਉਹਨਾਂ ਦਾ ਸ਼ਾਸਨ ਸੀਗਾ ਉਹ ਖਤਮ ਹੋ ਜਾਂਦਾ। ਪੰਜਾਬ ਵਿੱਚ ਮਰਾਠਾ ਸ਼ਾਸਨ ਦਾ ਅੰਤ ਹੋ ਜਾਂਦਾ ਇਸ ਦੇ ਨਾਲ ਹੀ। 1758 ਦੇ ਵਿੱਚ ਜਿਹੜਾ ਅਦੀਨਾ ਬੇਗ ਦੀ ਮੌਤ ਤੋਂ ਬਾਅਦ ਇਹਨਾਂ ਦੀ ਮਰਾਠਿਆਂ ਦੇ ਹੱਥ ਵਿੱਚ ਆਇਆ ਸੀ ਪੰਜਾਬ, ਤਾਂ ਉਹ 1761 ਦੇ ਵਿੱਚ ਹੀ ਖਤਮ ਹੋ ਜਾਂਦਾ, ਹਮੇਸ਼ਾ ਲਈ ਅੰਤ ਹੋ ਜਾਂਦਾ। ਅਫਗਾਨਾਂ ਦਾ ਪੰਜਾਬ 'ਤੇ ਫਿਰ ਦੁਬਾਰੇ ਅਧਿਕਾਰ ਹੋ ਜਾਂਦਾ। ਪਹਿਲਾਂ ਅਫਗਾਨਾਂ ਨੂੰ ਹਟਾ ਦਿੱਤਾ ਜਾਂਦਾ ਸੀਗਾ, ਤੈਮੂਰ ਸ਼ਾਹ ਨੂੰ ਲਾ ਕੇ ਗਏ ਸੀਗੇ ਅਹਿਮਦ ਸ਼ਾਹ ਅਬਦਾਲੀ, ਤਾਂ ਇਹਨਾਂ ਨੇ ਭਜਾਤਾ ਸੀਗਾ ਮਰਾਠਿਆਂ ਨੇ। ਤਾਂ ਹੁਣ ਦੁਬਾਰਾ ਤੋਂ ਫਿਰ ਅਫਗਾਨਾਂ ਦਾ ਪੰਜਾਬ ਦੇ ਉੱਪਰ ਅਧਿਕਾਰ ਹੋ ਜਾਂਦਾ। ਸਿੱਖ ਅਫਗਾਨ ਸੰਘਰਸ਼ ਦਾ ਨਵਾਂ ਅਧਿਆਇ ਸ਼ੁਰੂ ਹੋ ਜਾਂਦਾ। ਸਿੱਖਾਂ ਨਾਲ ਹੁਣ ਅਫਗਾਨਾਂ ਦਾ ਸੰਘਰਸ਼ ਹੋ ਜਾਂਦਾ। ਮਰਾਠੇ ਹਾਰ ਜਾਂਦੇ ਆ, ਤਾਂ ਹੁਣ ਸਿੱਖਾਂ ਦਾ ਕਿਹਦੇ ਨਾਲ ਸੰਘਰਸ਼ ਸ਼ੁਰੂ ਹੋ ਜਾਂਦਾ? ਅਫਗਾਨਾਂ ਨਾਲ, ਅਹਿਮਦ ਸ਼ਾਹ
ਅਬਦਾਲੀ ਨਾਲ। ਤਾਂ ਹੌਲੀ ਹੌਲੀ ਸਿੱਖ ਉਹਨਾਂ ਦੇ ਪੈਰ ਜਿਹੜੇ ਉਖਾੜਨੇ ਸ਼ੁਰੂ ਕਰਦੇ। ਅਤੇ ਆਖਰੀ 3 ਹਮਲੇ ਜਿਹੜੇ ਅਹਿਮਦ ਸ਼ਾਹ ਅਬਦਾਲੀ ਆ ਉਹ ਸਿੱਖਾਂ ਨੂੰ ਖਤਮ ਕਰਨ ਵਾਸਤੇ ਹੀ ਕਰਦਾ। ਜਿਹੜਾ 6ਵਾਂ 7ਵਾਂ ਅਤੇ 8ਵਾਂ 6ਵੇਂ ਹਮਲੇ ਦੇ ਵਿੱਚ ਵੱਡਾ ਘੱਲੂਘਾਰਾ ਹੋਇਆ ਸੀਗਾ, ਤਾਂ ਉਸਦੇ ਬਾਰੇ ਅਸੀਂ ਅਗਲੀ ਵੀਡੀਓ ਲੈ ਕੇ ਆਵਾਂਗੇ। ਵੱਡਾ ਘੱਲੂਘਾਰਾ ਤਾਂ ਪਿਛਲੇ ਲਾਸਟ ਜਿਹੜੇ 3 ਹਮਲੇ ਆ ਉਹ ਸਿੱਖਾਂ ਨੂੰ ਖਤਮ ਕਰਨ ਵਾਸਤੇ ਕੀਤੇ ਜਾਂਦੇ ਆ। ਅਸਲੀਅਤ ਵਿੱਚ ਸਿੱਖਾਂ ਦੀ ਜਿੱਤ ਹੋਈ, ਕਿਉਂਕਿ ਇਸ ਚੀਜ਼ ਦਾ ਮਰਾਠਿਆਂ ਦਾ ਹਾਰ ਜਾਣਾ ਅਤੇ ਅਹਿਮਦ ਸ਼ਾਹ ਅਬਦਾਲੀ ਅਫਗਾਨ ਤੋਂ ਸੀ, ਤਾਂ ਇਸ ਚੀਜ਼ ਦਾ ਜਿਹੜਾ ਅਸਲੀ ਲਾਭ ਸੀਗਾ ਉਹ ਕਿਹਨੂੰ ਮਿਲਿਆ? ਸਿੱਖਾਂ ਨੂੰ ਮਿਲਿਆ। ਇਹ ਜਿਹੜਾ ਖਲਾਅ ਪੈਦਾ ਹੋ ਗਿਆ ਉਸ ਸਮੇਂ ਦੇ ਵਿੱਚ, ਗੈਪ ਸੀ ਜਿਹੜਾ, ਉਸ ਨੂੰ ਕਿਹਨੇ ਭਰਿਆ? ਸਿੱਖ ਨੇ ਭਰਿਆ। ਹੌਲੀ ਹੌਲੀ ਉਹ ਪੰਜਾਬ ਦੇ ਮਾਲਕ ਬਣ ਗਏ। ਮੁਗਲ ਸਾਮਰਾਜ ਦਾ ਪਤਨ ਹੋ ਗਿਆ। ਜਿਹੜਾ ਮਾੜਾ ਮੋਟਾ ਥੋੜ੍ਹਾ ਬਹੁਤਾ ਨੇੜੇ ਤੇੜੇ ਦੇ ਖੇਤਰਾਂ ਵਿੱਚ ਦਿੱਲੀ ਦੇ ਵਿੱਚ ਰਾਜ ਤੱਕ ਸੀਮਿਤ ਹੋ ਗਿਆ ਮੁਗਲਾਂ ਦਾ ਸਾਮਰਾਜ। ਬਾਕੀ ਖੇਤਰ ਜਿਹੜੇ ਸੁਤੰਤਰ ਰਾਜ ਸਥਾਪਿਤ ਹੋ ਗਏ ਸੀ। ਤਾਂ ਪਾਣੀਪਤ ਦੀ ਤੀਜੀ ਲੜਾਈ ਵਿੱਚ ਮਰਾਠਿਆਂ ਦੀ ਹਾਰ ਦੇ ਕੀ ਕਾਰਨ ਰਹੇ? ਕਿਉਂ ਹਾਰੇ ਮਰਾਠੇ? ਇੱਕ ਤਾਂ ਪਹਿਲਾ ਹੈਗਾ ਜੀ ਮਰਾਠਿਆਂ ਦੀ ਦੋਸ਼ਪੂਰਨ ਲੜਾਈ ਦੀ ਯੋਜਨਾ, ਕਿਉਂਕਿ ਉਹਨਾਂ ਨੇ ਕੋਈ ਕੁਸ਼ਲ ਯੁੱਧ ਨੀਤੀ ਨਹੀਂ ਅਪਣਾਈ ਸੀ ਮਰਾਠਿਆਂ ਨੇ, ਨਾ ਹੀ ਉਹਨਾਂ ਕੋਲ ਯੁੱਧ ਅਤੇ ਖਾਣ ਪੀਣ ਦੀ ਕੋਈ ਸਮੱਗਰੀ ਸੀ ਪੂਰੀ, ਅਤੇ ਇਸ ਕਰਕੇ ਉਹਨਾਂ ਦੀ ਹਾਰ ਸੀ ਜਿਹੜੀ ਉਹ ਨਿਸ਼ਚਿਤ ਸੀ। ਅਹਿਮਦ ਸ਼ਾਹ ਅਬਦਾਲੀ ਦੀ ਯੋਗ ਅਗਵਾਈ। ਅਹਿਮਦ ਸ਼ਾਹ ਅਬਦਾਲੀ ਆਪ ਅੱਗੇ ਹੋ ਕੇ ਸੈਂਟਰ ਦੇ ਵਿੱਚੋਂ ਕਮਾਨ ਅਹਿਮਦ ਸ਼ਾਹ ਅਬਦਾਲੀ ਨੇ ਸੰਭਾਲੀ ਹੋਈ ਸੀ ਆਪਣੀ। ਇੱਕ ਅਨੁਭਵੀ ਸੈਨਾਪਤੀ ਸੀ ਅਹਿਮਦ ਸ਼ਾਹ ਅਬਦਾਲੀ, ਬਹੁਤ ਸਾਰੀਆਂ ਲੜਾਈਆਂ ਦਾ ਉਸਨੂੰ ਤਜਰਬਾ ਸੀ, ਤਾਂ ਉਸਨੇ ਆਪਣਾ ਜਿਹੜਾ ਲੜਾਈ ਬੜੀ ਕੁਸ਼ਲਤਾਪੂਰਨ ਸੰਚਾਲਨ ਕੀਤਾ ਇਸ ਯੁੱਧ ਦੇ ਮੈਦਾਨ ਦੇ ਵਿੱਚ, ਤਾਂ ਮਰਾਠਿਆਂ ਨੂੰ ਹਰਾਇਆ। ਅਨੁਭਵਹੀਨ ਮਰਾਠਿਆਂ ਦੀ ਅਗਵਾਈ। ਅਨੁਭਵਹੀਨ ਮਤਲਬ ਤਜਰਬੇ ਦੀ ਘਾਟ ਸੀ ਜਿਹੜੇ ਮਰਾਠਾ ਸੈਨਾਪਤੀ ਸੀਗੇ, ਸਦਾ ਸ਼ਿਵ ਰਾਓ, ਭਾਊ ਵਿਸ਼ਵਾਸ ਰਾਓ, ਇਹਨਾਂ ਵਿੱਚ ਤਜਰਬੇ ਦੀ ਘਾਟ ਸੀ, ਯੋਗਤਾ ਦੀ ਘਾਟ ਸੀ ਇਹਨਾਂ ਦੇ ਵਿੱਚ। ਇਹ ਫੌਜ ਨੂੰ ਦਿਸ਼ਾ ਨਿਰਦੇਸ਼ ਦੇਣ ਦੀ ਬਜਾਏ ਆਪ ਖੁਦ ਅੱਗੇ ਹੋ ਕੇ ਲੜਨ ਲੱਗੇ, ਤਾਂ ਜਦੋਂ ਇਹ ਮਾਰੇ ਗਏ ਤਾਂ ਫੌਜ ਪਿੱਛੇ ਹਟਣੀ ਸ਼ੁਰੂ ਹੋ ਗਈ। ਮਰਾਠਾ ਸੈਨਿਕਾਂ ਵਿੱਚ ਅਨੁਸ਼ਾਸਨ ਅਤੇ ਸੰਗਠਨ ਦੀ ਵੀ ਕਮੀ ਦੇਖੀ ਗਈ ਹੈ। ਅਹਿਮਦ ਸ਼ਾਹ ਅਬਦਾਲੀ ਦੀ ਸੈਨਾ ਦੇ ਵਿੱਚ ਬਹੁਤ ਜ਼ਿਆਦਾ ਨਿਸ਼ਚਿਤ ਯੁੱਧ ਯੋਜਨਾ, ਅਨੁਸ਼ਾਸਨ ਅਤੇ ਸੰਗਠਨ 'ਤੇ ਜਿਹੜਾ ਜ਼ੋਰ ਦਿੱਤਾ ਗਿਆ ਸੀ, ਅਤੇ ਇਹ ਵੀ ਇੱਕ ਕਾਰਨ ਬਣਿਆ ਮਰਾਠਿਆਂ ਦੀ ਹਾਰ ਦਾ। ਪ੍ਰਭਾਵਸ਼ਾਲੀ ਤੋਪਖਾਨੇ ਦੀ ਕਮੀ ਵੀ ਰਹੀ ਹੈ ਮਰਾਠਿਆਂ ਦੇ ਕੋਲ। ਮਰਾਠਿਆਂ ਦੇ ਕੋਲ ਕੋਈ ਵਧੀਆ ਤੋਪਖਾਨਾ ਸੀ ਜਿਹੜਾ ਉਹ ਨਹੀਂ ਸੀਗਾ, ਅਹਿਮਦ ਸ਼ਾਹ ਅਬਦਾਲੀ ਕੋਲ ਵਧੀਆ ਸੀ। ਰਾਜਪੂਤ ਅਤੇ ਸਿੱਖਾਂ ਦੀ ਸਹਾਇਤਾ ਪ੍ਰਾਪਤ ਨਾ ਹੋਣਾ ਮਰਾਠਿਆਂ ਨੂੰ। ਮਰਾਠਿਆਂ ਦਾ ਸਹਿਯੋਗ ਨਹੀਂ ਦਿੱਤਾ ਸਿੱਖਾਂ ਨੇ, ਅਤੇ ਰਾਜਪੂਤਾਂ ਨੇ, ਜੱਟਾਂ ਨੇ, ਕਿਸੇ ਨੇ ਵੀ ਕੋਈ ਸਹਿਯੋਗ ਨਹੀਂ ਦਿੱਤਾ। ਜੇਕਰ ਇਸ ਅਬਦਾਲੀ ਨੂੰ ਆਪਣਾ ਸਾਂਝਾ ਦੁਸ਼ਮਣ ਮੰਨਦੇ, ਮਰਾਠਿਆਂ ਦੇ ਪੱਖ ਦੇ ਵਿੱਚ ਹੋ ਕੇ ਲੜਦੇ, ਤਾਂ ਅਹਿਮਦ ਸ਼ਾਹ ਅਬਦਾਲੀ ਨੂੰ ਹਰਾਇਆ ਜਾ ਸਕਦਾ ਸੀ। ਮਲਹਾਰ ਰਾਓ ਹੋਲਕਰ ਦਾ ਧੋਖਾ। ਮਲਹਾਰ ਰਾਓ ਹੋਲਕਰ ਜਿਹੜਾ ਮਰਾਠਿਆਂ ਦਾ ਸੈਨਾਪਤੀ ਸੀਗਾ, ਸੱਜੇ ਪਾਸੋਂ ਲੜ ਰਿਹਾ ਸੀਗਾ, ਤਾਂ ਉਸਨੇ ਆਪਣੇ ਸਾਹਮਣੇ ਸੀਗਾ ਉਹਦੇ ਨਜ਼ੀਮੁੱਦੌਲਾ ਅਬਦਾਲੀ ਦਾ ਸੈਨਾਪਤੀ ਸੀ ਜਿਹੜਾ, ਤਾਂ ਉਹਦੇ ਨਾਲ ਹੀ ਗੁਪਤ ਗੱਠਜੋੜ ਕਰ ਲਿਆ ਸੀ। ਤਾਂ ਲੜਾਈ ਦੇ ਦੌਰਾਨ ਉਹ ਮੈਦਾਨ ਦੇ ਵਿੱਚੋਂ ਆਪਣੀ ਫੌਜ ਲੈ ਕੇ ਚਲਾ ਗਿਆ ਸੀਗਾ, ਅਤੇ ਇਸ ਤਰ੍ਹਾਂ ਮਰਾਠਿਆਂ ਦੇ ਜਿਹੜੇ ਉਤਸ਼ਾਹ ਨੂੰ ਵੀ ਧੱਕਾ ਲੱਗਿਆ। ਮਰਾਠਿਆਂ ਦੀਆਂ ਆਰਥਿਕ ਮੁਸ਼ਕਲਾਂ, ਪੈਸੇ ਦੀ ਵੀ ਘਾਟ ਸੀ, ਉਹਨਾਂ ਦੇ ਹਾਰ ਦਾ ਕਾਰਨ ਬਣੀ ਹੈ। ਉਹਨਾਂ ਕੋਲ ਲੋੜੀਂਦਾ ਨਾ ਭੋਜਨ, ਯੁੱਧ ਸਮੱਗਰੀ ਇਕੱਠੀ ਨਹੀਂ ਹੋ ਸਕੀ। ਮਰਾਠਾ ਸੈਨਿਕ ਭੁੱਖੇ ਲੜਨਾ ਪਿਆ ਮਰਾਠਿਆਂ ਨੂੰ, ਅਤੇ ਇਸ ਕਰਕੇ ਉਹਨਾਂ ਦੀ ਹਾਰ ਨਿਸ਼ਚਿਤ ਸੀ ਉਸ ਸਮੇਂ। ਇਸ ਤਰ੍ਹਾਂ ਅਸੀਂ ਦੇਖਿਆ ਪਾਣੀਪਤ ਦੀ ਤੀਜੀ ਲੜਾਈ, ਥਰਡ ਬੈਟਲ ਆਫ ਪਾਣੀਪਤ, ਲੜਾਈ ਦੇ ਕਾਰਨ, ਸਿੱਟੇ ਜਾਂ ਮਰਾਠਿਆਂ ਦੀ ਹਾਰ ਦੇ ਕਾਰਨ। ਜੇਕਰ ਵੀਡੀਓ ਚੰਗੀ ਲੱਗੀ ਹੈ ਤਾਂ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦਿਆ ਕਰੋ। ਥੈਂਕਸ, ਹੈਵ ਏ ਨਾਈਸ ਡੇ।